ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਵਿੱਚ ਜੁੜ ਚੁੱਕੀ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੇ ਹਾਂ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਇਤਿਹਾਸ ਦੀ ਵਿਚਾਰ ਅਸੀਂ ਸਰਵਣ ਕਰ ਰਹੇ ਹਾਂ, ਜਿਸ ਵਿੱਚੋਂ ਕੱਲ ਤੱਕ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ ਬਾਲ ਚੋਜ ਸਨ ਉਹਨਾਂ ਦਾ ਜ਼ਿਕਰ ਕੀਤਾ ਹੈ। ਸੋ ਅੱਜ ਦੀ ਕਲਾਸ ਵਿੱਚ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੁਮਾਰ ਚੋਜ ਜੋ ਹਨ ਉਹਨਾਂ ਦੀ ਵਿਚਾਰ ਕਰਨੀ ਹੈ। ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੀ ਬਾਲ ਉਮਰ ਦੇ ਵਿੱਚ ਚੋਜ ਕਰਦੇ ਹਨ, ਪਾਂਧੇ ਪਾਸ ਜਾਂਦੇ ਹਨ, ਪੰਡਿਤ ਪਾਸ ਜਾਂਦੇ ਹਨ, ਮੌਲਵੀ ਪਾਸ ਜਾਂਦੇ ਹਨ, ਉਸ ਸਮੇਂ ਤੱਕ ਜੋ ਗੁਰੂ ਨਾਨਕ ਸਾਹਿਬ ਜੀ ਨੇ ਚੋਜ ਕੀਤੇ ਉਹਨਾਂ ਦੀ ਬਦੌਲਤ ਅੱਜ ਇੱਕ ਸਭਾ ਦੇ ਵਿੱਚ ਪੰਡਿਤ ਬ੍ਰਿਜਨਾਥ ਜੀ, ਪ੍ਰੋਹਿਤ ਹਰਦਿਆਲ ਜੀ ਤੇ ਨਾਲ ਪਾਂਧਾ ਗੋਪਾਲ ਦਾਸ ਜੀ ਇਹ ਫਿਰ ਇਕੱਠੇ ਹੋਏ ਨੇ ਪਿੰਡ ਦੇ ਖੂਹ ਤੇ ਆਪਸ ਵਿੱਚ ਵਾਰਤਾ ਕਰ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵਾਕਈ ਇੱਕ ਨਿਰੰਕਾਰੀ ਜਿਹੜੇ ਨੇ ਉਹ ਬਾਲਕ ਪੈਦਾ ਹੋਏ ਨੇ, ਜੋ ਆਪਣੀ ਜ਼ਿੰਦਗੀ ਦੇ ਅੰਦਰ ਬਚਪਨ ਵਿੱਚ ਹੀ ਸਧਾਰਨ ਵੀ ਆਖਦੇ ਨੇ, ਉਹਨਾਂ ਦਾ ਕੋਈ ਨਾ ਕੋਈ ਮਕਸਦ ਹੈ। ਇਸ ਘਟਨਾ ਦੇ ਜਿਸ ਘਟਨਾ ਨੂੰ ਪੰਡਿਤ ਹਰਦਿਆਲ ਜੀ ਪਿਤਾ ਮਹਿਤਾ ਕਾਲੂ ਜੀ ਦੇ ਘਰ ਆਪਣੇ ਅੱਖੀਂ ਡਿੱਠਾ, ਜਿਸ ਘਟਨਾ ਨੂੰ ਉਸ ਸਮੇਂ ਪੰਡਿਤ ਬ੍ਰਿਜਨਾਥ ਜੀ ਨੇ, ਪਾਂਧਾ ਗੋਪਾਲ ਦਾਸ ਜੀ ਨੇ ਅੱਖੀਂ ਡਿੱਠਾ, ਜਿਸ ਨੂੰ ਅਸੀਂ ਜਨੇਊ ਦੀ ਰਸਮ ਆਖਦੇ ਹਾਂ। ਹਿੰਦੂ ਧਰਮ ਦੀ ਰੀਤੀ ਅਨੁਸਾਰ ਧਰਮ ਵਿੱਚ ਪ੍ਰਵੇਸ਼ ਕਰਨ ਵਾਸਤੇ ਸਭ ਤੋਂ ਪਹਿਲਾਂ ਜਨੇਊ ਦੀ ਜ਼ਰੂਰਤ ਹੈ ਤੇ ਜਨੇਊ ਧਾਰਨ ਕਰਨ ਵਾਸਤੇ ਇੱਕ ਖਾਸ ਰਸਮ ਅਦਾ ਕੀਤੀ ਜਾਂਦੀ ਹੈ। ਘਰ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਵਾ ਉਹ ਸਮਾਗਮ ਰੱਖਿਆ ਜਾਂਦਾ ਹੈ। ਇਹ ਸਾਰੀ ਘਟਨਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਵਾਪਰੀ। ਗੁਰੂ ਨਾਨਕ ਪਾਤਸ਼ਾਹ ਜੀ ਨੇ, ਅਸੀਂ ਕੱਲ ਤੱਕ ਪੜ੍ਹਿਆ ਸੀ, ਵਿਚਾਰਿਆ ਸੀ ਕਿ ਕਿਸ ਤਰ੍ਹਾਂ ਧਰਮ ਦੇ ਠੇਕੇਦਾਰਾਂ ਨੂੰ ਸਮਝਾਇਆ ਕਿ ਜੇ ਤਨ ਉੱਤੇ ਪਾਉਣ ਵਾਲਾ ਜਨੇਊ ਤਾਂ ਤੁਹਾਡੇ ਕੋਲ ਹੈ, ਪਰ ਮਨ ਉੱਤੇ ਪਾਉਣ ਵਾਲਾ ਜਨੇਊ ਵੀ ਹੈ ਤੇ ਉਹ ਮੈਨੂੰ ਦਿਓ, ਮੈਂ ਉਹ ਹੱਸ ਹੱਸ ਕੇ ਪਾ ਲਵਾਂਗਾ। ਸੋ ਇਸ ਘਟਨਾ ਤੋਂ ਬਾਅਦ ਇਹ ਤਿੰਨੇ ਖੂਹ ਤੇ ਬੈਠੇ ਆਖ ਰਹੇ ਨੇ ਕਿ ਵਾਕਈ ਇਹ ਕੋਈ ਅਨੋਖਾ ਜਿਹੜਾ ਵਾ ਬਾਲਕ ਹੈ। ਪੰਡਿਤ ਬ੍ਰਿਜਨਾਥ ਜੀ ਆਖਦਾ ਹੈ, ਪ੍ਰੋਹਿਤ ਜੀ,
ਜਿਹੜਾ ਆਪਣਾ ਨਵਾਂ ਅਵਤਾਰ ਹੈ ਬਾਲਕ ਨਾਨਕ, ਜਿਨੇ ਘਰ ਦੇ ਵਿੱਚ ਜਗਤ ਦੀ ਰੀਤ, ਉਸ ਰੀਤ ਨੂੰ ਨਕਾਰ ਦਿੱਤਾ। ਕਮਾਲ ਦਾ ਰੰਗ ਉਹਨੇ ਆਪਣੇ ਘਰ ਵਿੱਚ ਵਿਖਾਇਆ। ਤੇ ਪੁਰੋਹਿਤ ਹਰਦਿਆਲ ਜੀ ਆਖਦੇ ਨੇ, ਪੰਡਿਤ ਜੀ ਤੁਸੀਂ ਵੀ ਸਾਰੇ ਉੱਥੇ ਬੈਠੇ ਸੀ, ਕਦੇ ਡਿਠਾ ਇਸ ਉਮਰ ਦੇ ਵਿੱਚ ਇੰਨੀ ਵੱਡੀ ਵਿਚਾਰ ਕਰਨ ਵਾਲਾ, ਇੰਨਾ ਉਮਾਹ, ਇੰਨਾ ਹੱਠ, ਇਹ ਕਦੇ ਤੁਸੀਂ ਡਿਠਾ? ਤੇ ਨਾਲ ਹੀ ਪਾਂਧਾ ਗੋਪਾਲ ਜੀ ਜਿਹੜੇ ਬੈਠੇ ਨੇ ਲਾਗੇ ਕਹਿੰਦੇ ਨੇ, ਮੇਰੇ ਨਾਲ ਸਦਾ ਇਹਨਾਂ ਬੱਚਿਆਂ ਦਾ ਵਾਹ ਪੈਂਦਾ ਹੈ, ਛੋਟੇ ਛੋਟੇ ਬੱਚਿਆਂ ਦਾ। ਜ਼ਿੰਦਗੀ 'ਚ ਕਦੇ ਵੀ ਐਸਾ ਬਾਲਕ ਨਹੀਂ ਤੱਕਿਆ ਪੰਡਿਤ ਜੀ, ਇਹੋ ਜਿਹਾ ਬਾਲਕ ਮੈਂ ਕਦੇ ਵੀ ਨਹੀਂ ਤੱਕਿਆ ਜਿਹੋ ਜਿਹਾ ਕੱਲ ਅਸੀਂ ਵੇਖ ਕੇ ਆਏ ਹਾਂ। ਅੱਗੋਂ ਪੰਡਿਤ ਜੀ ਆਖਦੇ ਨੇ, ਬਿਲਕੁਲ ਗੋਪਾਲ ਦਾਸ ਜੀ, ਇਹ ਗੱਲ ਠੀਕ ਹੈ। ਇਹ ਬਾਲਕਾ ਜਿਹੜਾ ਹੈ ਅਲੌਕਿਕ ਹੈ। ਇਹਦੇ ਵਿੱਚ ਜਿਹੜੇ ਲੱਛਣ ਨੇ ਅਵਤਾਰ ਵਾਲੇ ਨੇ। ਮੈਂ ਸਿਰ ਝੁਕਾ ਚੁੱਕਾ ਹਾਂ। ਪਰ ਮੈਨੂੰ ਸੰਸੇ ਬ੍ਰਿਤੀ ਖਾ ਰਹੀ ਹੈ, ਮੇਰੇ ਮਨ ਅੰਦਰ ਸੰਸਾ ਹੈ ਕਿ ਜੇ ਅਵਤਾਰ ਹੈ ਤੇ ਧਰਾ ਦਾ ਭਾਵ ਧਰਤੀ ਦਾ ਭਾਰ ਹਰਨ ਆਇਆ ਹੈ, ਤਾਂ ਪਰੰਪਰਾ ਵੇਦ ਸ਼ਾਸਤਰ ਦੀ ਬੱਧੀ ਰੀਤੀ ਨਾਲ ਅਜੋੜ ਕਿਉਂ, ਭਾਵ ਇਹਦੇ ਨਾਲ ਉਹਦਾ ਜੋੜ ਕਿਉਂ ਨਹੀਂ ਪਿਆ? ਕਿਤੇ ਉਹ ਨਾ ਹੋਵੇ ਕਿ ਇਤਨੀ ਸ਼ਕਤੀ ਵਾਲਾ ਪੁਰਖ ਸਾਨੂੰ ਵੀ ਮੇਟ ਦੇਵੇ। ਹੁਣ ਆਪਣੇ ਮਨ ਦੀ ਭਾਸ਼ਾ ਜਿਹੜੀ ਉਹ ਵੀ ਭਾਸ ਗਈ ਕਿ ਕਿਤੇ ਇਹ ਨਾ ਹੋਵੇ ਕਿ ਜੇ ਇਹ ਪੁਰਾਣੇ ਵੇਦ ਧਰਮਾਂ ਨੂੰ, ਵੇਦ ਸ਼ਾਸਤਰਾਂ ਨੂੰ ਵੀ ਨਕਾਰ ਗਿਆ ਤੇ ਸਾਡੀ ਇਹਦੇ ਅੱਗੇ ਹੈਸੀਅਤ ਕੀ ਹੈ? ਇਹ ਆਪਸੀ ਇਹਨਾਂ ਦੀ ਵਿਚਾਰ ਚਰਚਾ ਹੋ ਰਹੀ ਹੈ। ਉਸ ਵਿਚਾਰ ਚਰਚਾ ਦੇ ਵਿੱਚ ਜਦੋਂ ਇਹ ਗੱਲ ਆਖਦਾ ਹੈ ਪੰਡਿਤ ਬ੍ਰਿਜਨਾਥ ਤੇ ਪਾਂਧਾ ਹਰਦਿਆਲ ਜੀ ਆਖਦੇ ਨੇ, ਹਾਂ ਪੰਡਿਤ ਜੀ, ਇਹੀ ਸੰਸਾ ਮੈਨੂੰ ਵੀ ਖਾ ਰਿਹਾ। ਮੈਂ ਉਸ ਵੇਲੇ ਵੀ ਜ਼ੋਰ ਲਾਉਂਦਾ ਸੀ, ਪਰ ਬੱਚੇ ਦਾ ਜੋਸ਼ ਜ਼ੋਰਾਂ ਵਿੱਚ ਸੀ। ਦੇਖੋ ਹਾਂ, ਦੇਸ਼ ਦੇ ਵਿੱਚ ਸਾਰੇ ਲੋਕਾਂ ਦੇ ਆਚਰਣ ਗਿਰ ਚੁੱਕੇ ਨੇ। ਹਾਂ, ਸਾਡੀ ਹਿੰਦੂ ਜਾਤੀ ਦੇ ਵਿੱਚ ਭੈੜੇ ਕਰਮਾਂ ਦੇ ਫੈਲਣ ਫੈਲਣਪੁਰ ਹਿੰਦੂ ਜਾਤੀ ਦੇ ਵਿੱਚ ਭੈੜੇ ਕਰਮਾਂ ਦੇ ਫੈਲਣ, ਇਹ ਸਭ ਤੋਂ ਵੱਡੀ ਸੱਟ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਕਰਮ ਕਾਂਡ ਨੂੰ ਜਿਹੜਾ ਵਾ ਉਹ ਅੱਗੇ ਰੱਖਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਆਖੀ ਕਿ ਜੇ ਮਨ ਦੇ ਅੰਦਰ ਮੈੜੇ ਕਰਮ ਨੇ, ਭੈੜੇ ਕਰਮ ਨੇ, ਮਨ ਮੈਲਾ ਹੈ, ਤੇ ਤਨ ਉੱਤੇ ਪਾਇਆ ਹੋਇਆ ਇਹ ਜਨੇਊ ਕਿਸ ਕੰਮ ਦਾ? ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਆਖ ਰਹੇ ਨੇ ਕਿ ਮਨ ਵਿਕਾਰਾਂ ਦੇ ਨਾਲ ਭਰਿਆ ਹੈ ਤੇ ਤਨ ਉੱਤੇ ਜਨੇਊ ਪਾਇਆ ਹੈ, ਠੱਗੀਆਂ ਮਾਰਦਾ ਹੈ, ਜਾਤ ਪਾਤ ਦਾ, ਊਚ ਨੀਚ ਦਾ, ਰੰਗ ਭੇਦ ਜਿਹੜਾ ਹੈ ਉਹ ਸਾਰੇ ਕਰ ਰਹੇ ਹਨ। ਇਸ ਜਨੇਊ ਦੇ ਪਾਉਣ ਦਾ ਕੀ ਲਾਭ? ਪੰਡਿਤ ਪੁਰੋਹਿਤ ਹਰਦਿਆਲ ਜੀ ਆਖਦੇ ਨੇ ਕਿ ਮੇਰੇ ਜਾਣੇ ਜਿਹੜੀ ਇਹ ਜਗਤ ਦੀ ਰੀਤ ਹੈ ਉਹ ਮਨ ਤੇ ਇੰਦਰੀਆਂ ਪਰ ਰੋਕ ਕਹਿ ਰਿਹਾ ਸੀ। ਬ੍ਰਤ ਨੇਕੀ ਦਾ ਰੋਕ, ਅਸੰਜਮ ਉੱਤੇ, ਇਹ ਸਾਰੀਆਂ ਗੱਲਾਂ ਗੁਰੂ ਨਾਨਕ ਸਾਹਿਬ ਜੀ ਉਸ ਕਵਿਤਾ, ਇਹਨਾਂ ਨੇ ਕਵਿਤਾ ਆਖੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਨਾ,
ਦਇਆ ਕਪਾ। ਉਹਨੂੰ ਇਹ ਕਵਿਤਾ ਕਹਿ ਰਹੇ ਨੇ, ਆਖ ਰਹੇ ਨੇ ਵੀ ਇਸ ਕਵਿਤਾ ਦਾ ਭਾਵ ਅਰਥ ਮੈਨੂੰ ਇਉਂ ਲੱਗਦਾ ਹੈ, ਕਿਉਂ ਜੀ ਮੇਰੇ ਸੱਜਣੋਂ ਠੀਕ ਹੈ। ਪੰਡਿਤ ਹਰਦਿਆਲ ਬ੍ਰਿਜਨਾਥ ਜੀ ਨੂੰ ਤੇ ਪਾਂਧੇ ਗੋਪਾਲ ਦਾਸ ਜੀ ਨੂੰ ਇਹ ਪੰਡਿਤ ਪੁਰੋਹਿਤ ਹਰਦਿਆਲ ਜੀ ਆਖਦੇ ਨੇ। ਅੱਗੋਂ ਪੰਡਿਤ ਜੀ ਉੱਤਰ ਦਿੰਦੇ, ਹੈ ਤਾਂ ਪੂਜੇ ਜੀ ਠੀਕ, ਪਰੰਤੂ ਤਕੋ ਨਾ ਜਦ ਮਰਿਆਦਾ ਗਈ ਤਾਂ ਰਿਹਾ ਕੀ। ਫਿਰ ਅੱਗੋਂ ਪੁਰੋਹਿਤ ਹਰਦਿਆਲ ਜੀ ਆਖਦੇ ਨੇ, ਮੈਂ ਵੀ ਦੁਖੀ ਰਿਹਾ ਹਾਂ, ਪਰੰਤੂ ਕੀਤਾ ਕੀ ਜਾ ਸਕਦਾ। ਮੈਂ ਡਿੱਠਾ ਹੈ ਕਿ ਮੈਂ ਧਿਆਨ ਦੇ ਨਾਲ ਦੇਖਿਆ ਹੈ ਕਿ ਪੰਪਾ ਸਰ ਦੇ ਤੀਰਥ ਦੱਖਣ ਦੇਸ਼ ਦੇ ਕਿਨਾਰੇ ਮੈਂ ਬੈਠਾ ਹਾਂ। ਸਰ ਵਿੱਚ ਕੀੜੇ ਕੁਰਬਲ ਕੁਰਬਲ ਕਰ ਰਹੇ ਹਨ। ਗਿਰਦੇ ਦਾ ਸਾਰਾ ਬਨ ਤਪੱਸਿਆ ਨਾਲ ਭਰਪੂਰ ਹੈ। ਸਾਰੇ ਰੋਜ਼ ਨਹਾਉਂਦੇ ਹਨ, ਦੁਖੀ ਹੁੰਦੇ ਹਨ, ਪਰ ਤੱਕੂ ਸਰ ਨੂੰ ਨਿਰਮਲ ਕੋਈ ਨਹੀਂ ਕਰ ਸਕਦਾ। ਫਿਰ ਮੈਂ ਕੀ ਤੱਕਿਆ ਕਿ ਇਹ ਨਾ ਪੁਰੋਹਿਤ ਹਰਦਿਆਲ ਜੀ ਆਪਣੇ ਮਨ ਦੀ ਅਵਸਥਾ ਦੱਸ ਰਹੇ ਨੇ ਕਿ ਮੈਂ ਬੈਠਾ ਬੈਠਾ ਕੀ ਸੋਚ ਰਿਹਾ ਸਾਂ, ਹੁੰਦਾ ਕੀ ਹੈ। ਪਰ ਗੁਰੂ ਨਾਨਕ ਸਾਹਿਬ ਜੀ ਜੋ ਬਾਲਕ ਨੇ ਉਹ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ। ਇੱਥੇ ਉਹਨਾਂ ਨੇ ਆਪਣੀ ਤੱਕੀ ਹੈ ਕਿ ਫਿਰ ਮੈਂ ਕੀ ਤੱਕਿਆ ਕਿ ਸ੍ਰੀ ਰਾਮ ਚੰਦਰ ਜੀ ਪੇਕੇ ਦੇ ਅਵਤਾਰ ਸੀ। ਜੋ ਸੀਤਾ ਜੀ ਦੀ ਭਾਲ ਵਿੱਚ ਲੰਕਾ ਨੂੰ ਜਾਂਦੇ ਉਸਦੇ ਕਿਨਾਰੇ ਆ ਬੈਠੇ ਸਾਰੇ ਰਿਸ਼ੀਆਂ ਮੁਨੀਆਂ ਤਪੱਸਿਆਂ ਨੂੰ ਸੋਚ ਪਈ ਕਿ ਯੁੱਗ ਦੇ ਅਵਤਾਰ ਆਏ ਹਨ। ਸਾਰੇ ਦਰਸ਼ਨ ਨੂੰ ਆਏ, ਨਮਸਕਾਰ ਪੂਜਾ ਆਰਤੀ ਕੀਤੀ, ਆਖਣਾ ਕਿ ਇਹ ਦੇਵ ਇਹ ਤੀਰਥ ਅਪਾਨ ਜੀਆਂ ਨਾਲ ਭਰਪੂਰ ਹੈ, ਆਪਣੇ ਚਰਨ ਪਾ ਕੇ ਇਸ ਨੂੰ ਸ਼ੁੱਧ ਕਰ ਦਿਓ। ਆਪਨੇ ਆਗਿਆ ਕੀਤੀ, ਤੁਸੀਂ ਸਾਰੇ ਇਸ਼ਨਾਨ ਕਰੋ। ਆਗਿਆ ਮੰਨ ਕੇ ਸਭ ਨੇ ਇਸ਼ਨਾਨ ਕੀਤਾ, ਪਰ ਸਕੇ ਉਹ ਸ਼ੁੱਧ ਨਾ ਹੋਇਆ। ਫਿਰ ਸ੍ਰੀ ਰਾਮਚੰਦਰ ਜੀ ਆਪ ਨਹਾਤੇ, ਤਦ ਵੀ ਉਹ ਸ਼ੁੱਧ ਨਾ ਹੋਇਆ। ਇਸ ਪਰ ਸਾਰੇ ਤਪਸਵੀ ਸਾਡੇ ਵਾਂਗੂ ਸੰਸ਼ੇ ਵਿੱਚ ਪੈ ਗਏ ਕਿ ਜਿਸ ਦੇ ਬਚਨ ਅਰ ਕਰਮ ਦੋਹਾਂ ਵਿੱਚ ਸੱਦਿਆ ਨਹੀਂ, ਉਹ ਉਤਾਰ ਨਹੀਂ ਹੋ ਸਕਦਾ। ਇੰਨੇ ਨੂੰ ਸ੍ਰੀ ਰਾਮ ਜੀ ਨੇ ਨੀਚ ਜਾਤ, ਅਛੂਤ ਅਤੇ ਸਾਰੇ ਵੰਗ ਦੇ ਰਿਸ਼ੀਆਂ ਦੀ ਤਿਰਸਕਾਰੀ ਹੋਈ ਭੀਲਣੀ ਨੂੰ ਕਿਹਾ, ਕੁੜੀਏ ਤੂੰ ਨਹਾ। ਮੈਂ ਡਿੱਠਾ ਕਿ ਉਸਦੇ ਜਲ ਵਿੱਚ ਵੜਦਿਆਂ ਸਾਰ ਜਲ ਸ਼ੁੱਧ ਹੋ ਗਿਆ। ਤਾਂ ਮੈਨੂੰ ਅਚਰਜ ਹੋ ਕੇ ਸਮਝ ਆਏ ਕਿ ਅਵਤਾਰ ਤਾਂ ਆਪ ਸਮਰੱਥ ਹੁੰਦਾ ਹੈ। ਇਹ ਕੌਤਕ ਜਾਣ ਕੇ ਵਰਤਾਇਆ ਹੈ ਕਿ ਸਮੱਧ ਦੇਣ। ਉਹ ਇਹ ਕਿ ਅਵਤਾਰ ਜੀ ਇੱਕ ਸਿੱਖਿਆ ਦੇ ਰਹੇ ਹਨ, ਤਾਂ ਉਹ ਜਾਤੀ ਅਭਿਮਾਨ ਨੂੰ ਦੂਰ ਕਰਕੇ ਆਤਮ ਜੀਵਨ ਦੀ ਉੱਚਤਾ ਦਰਸਾ ਰਹੇ ਹਨ। ਜੋ ਭੀਲਣੀ ਜੋ ਜਾਤ ਤੋਂ ਨੀਚ ਸੀ, ਉਹ ਆਪਣੇ ਇੰਦਰੇ ਵਿੱਚ ਇੱਕ ਸਾਈਂ ਲਈ ਤੜਫਦੀ ਰੱਖੜੀ। ਉਸਦੀ ਬਿਰਤੀ ਵਿੱਚ ਸ੍ਰੀ ਰਾਮ ਦਾ ਧਿਆਨ ਸਥਿਤ ਸੀ। ਉਸਦੇ ਅੰਦਰ ਪੂਰਨ ਵਿਸ਼ਵਾਸ ਤੇ ਸ਼ਰਧਾ ਸੀ। ਜਦ ਜਾਗ ਖੁੱਲੀ ਤਾਂ ਮੈਂ ਉੱਠ ਕੇ ਦੇਖਿਆ, ਇਹ ਭਗਵਾਨ ਇਹ ਪਤੀਆਂ ਫਿਰ ਆਖਿਆ ਕਿ ਇਹ ਭਗਵਾਨ ਇਹ ਪਤੀਆ ਤਾਂ ਮੈਨੂੰ ਆਪ ਦਿੱਤਾ ਹੈ, ਜੋ ਮੈਂ ਲੋੜਾਂ ਨਹੀਂ ਤੇ ਸਮਝਾਂ ਕਿ ਇਹ ਨਾਨਕ ਦਾ ਜੋ ਜਗੋਂ ਪ੍ਰਵੀਤ ਭਾਵ ਜਗ ਵੱਲੋਂ ਵੱਖਰੀ ਰੀਤ ਵੇਲੇ ਦਾ ਕੌਤਕ ਸਾਨੂੰ ਜਾਤੀ ਅਭਿਮਾਨ ਤੋਂ ਸੱਖਣੇ ਕਹਿ ਕੇ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਦ ਕਹਿ ਕੇ ਜੀ ਦੀ ਉੱਚਤਾ ਸੁਚਤਾ ਪਵਿੱਤਰਤਾ ਦ੍ਰਿੜ ਕਰਾਉਂਦਾ ਹੈ ਸੀ ਤੇ ਅਸਾਂ ਮਨੋਰਥ ਸਮਝਿਆ ਨਹੀਂ। ਭਾਵ ਗੁਰੂ ਨਾਨਕ ਪਾਤਸ਼ਾਹ ਜੀ ਇਹ ਸਮਝਾ ਰਹੇ ਨੇ, ਪੁਰੋਹਿਤ ਹਰਦਿਆਲ ਜੀ ਆਪਣੇ ਸਾਥੀਆਂ ਨੂੰ ਕਹਿ ਰਹੇ ਨੇ ਕਿ ਭਲਿਓ ਗੁਰੂ ਨਾਨਕ ਸਾਹਿਬ ਜੀ ਅਸਲ ਵਿੱਚ ਜੋ ਅਸੀਂ ਜੱਗ ਦੀ ਰੀਤ ਬਣਾਈ ਹੈ, 4 ਵਰਨ ਵੰਡੇ ਨੇ, ਉਹਨਾਂ ਵਰਨਾਂ ਦੀ ਵੰਡ ਕਰ ਰਹੇ ਕਿ ਤੁਸੀਂ ਜਾਤ ਅਭਿਮਾਨੀ ਜੇ, ਜਾਤ ਪਾਤ ਦੇ ਵਿੱਚ ਖੁੱਬੇ ਹੋਏ ਜੇ, ਪਰ ਅਸੀਂ ਮੰਨ ਨਹੀਂ ਰਹੇ। ਉਦਾਹਰਨ ਸ੍ਰੀ ਰਾਮ ਜੀ ਦੀ ਦਿੱਤੀ, ਜਦੋਂ ਉਹ ਲੰਕਾ ਗਏ ਨੇ, ਉੱਥੋਂ ਦੀ ਅਸੀਂ ਜਿਹੜੀ ਹੁਣੇ ਸਾਖੀ ਸਰਵਣ ਕੀਤੀ ਹੈ ਕਿ ਜਿਸ ਤਰ੍ਹਾਂ ਉੱਥੋਂ ਦੇ ਵੀ ਲੋਕ ਇਹ ਸਮਝਦੇ ਸਨ ਕਿ ਸ਼ਾਇਦ ਰਾਮ ਜੀ ਵਿੱਚ ਕੋਈ ਕਾਣ ਹੈ, ਪਰ ਅਸਲ ਵਿੱਚ
ਗੁਰਬਾਣੀ ਦਾ ਇੱਕ ਫਰਮਾਨ ਵੀ ਅਸੀਂ ਪੜ੍ਹਦੇ ਹਾਂ ਕਿ ਕਬੀਰ ਸਾਚਾ ਸਤਿਗੁਰੂ ਕਿਆ ਕਰੇ, ਜਾਂ ਸਿੱਖਾਂ ਮੈਂ ਚੂਕ। ਜੇ ਸੱਚਾ ਸਤਿਗੁਰੂ ਉਪਦੇਸ਼ ਦੇ ਤੇ ਸਿੱਖ ਕਾਣੇ ਹੋਣ, ਸੁਣ ਲੈਣ ਮੰਨਣ ਨਾ, ਤੇ ਫਿਰ ਸਿੱਖ ਗੁਰੂ ਦਾ ਕੋਈ ਕਸੂਰ ਨਹੀਂ, ਕਸੂਰ ਸਿੱਖਣ ਵਾਲੇ ਦਾ ਹੈ। ਸੋ ਗੁਰੂ ਨਾਨਕ ਸਾਹਿਬ ਜੀ ਅਸਲ ਵਿੱਚ ਸਾਨੂੰ ਇਹ ਸਮਝਾ ਰਹੇ ਨੇ ਕਿ ਅਸੀਂ ਜਿਹੜਾ ਊਚ ਨੀਚ ਜਾਤ ਪਾਤ ਦਾ ਭੇਦਭਾਵ ਰੱਖਿਆ, ਇਹਨੂੰ ਕੱਢ ਕੇ ਕੇਵਲ ਉਸ ਅਕਾਲ ਦੀ ਅਰਾਧਨਾ ਕਰੀਏ। ਜਦੋਂ ਇਹ ਸਾਰੀ ਵਾਰਤਾ ਹੋਈ ਤੇ ਅੱਗੋਂ ਫਿਰ ਪੰਡਿਤ ਬ੍ਰਿਜਨਾਥ ਜੀ ਬੋਲੇ ਨੇ ਇੱਕ ਲੰਮਾ ਸਾਹ ਲੈ ਕੇ ਕਿ ਹੇ ਮੇਰੇ ਪੂਜਨੇ ਹਰਦਿਆਲ ਜੀ, ਜਾਪਦਾ ਤਾਂ ਇਵੇਂ ਹੈ ਤੁਹਾਨੂੰ ਚੰਗੀ ਲੱਗ ਫੁਰਾਈ ਹੈ। ਉਦਾਸ ਹੋਣ ਦੀ ਜਾਗਾ ਨਹੀਂ, ਭਾਵ ਉਦਾਸ ਹੋਣ ਦੀ ਲੋੜ ਨਹੀਂ ਹੈ। ਇਹ ਸਹੀ ਗੱਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਅਵਤਾਰ ਨੇ। ਅੱਗੋਂ ਪਾਂਧਾ ਜੀ ਆਖਦੇ ਨੇ, ਠੀਕ ਹੈ ਪੁਰੋਹਿਤ ਜੀ, ਤੁਹਾਡੇ ਹਿਰਦੇ ਬਾਹਲੀ ਸ਼ਰਧਾ ਦੀ ਜੋਤ ਹੈ, ਉਸਦੇ ਚਾਨਣੇ ਨੇ ਤੁਹਾਨੂੰ ਸਿੱਧਾ ਰਸਤਾ ਦਿਖਾ ਦਿੱਤਾ ਹੈ। ਇਹ ਗੱਲਾਂ ਕਰ ਹੀ ਰਹੇ ਸਨ ਕਿ ਮੁੱਲਾਂ ਜੀ ਆ ਗਏ, ਭਾਵ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਸਲਾਮਿਕ ਵਿਦਿਆ ਸਿਖਾਈ। ਹੁਣ ਤਿੰਨੇ ਪੰਡਿਤਾਂ ਨੂੰ ਵੇਖ ਕੇ ਉਹ ਵੀ ਅੱਗੇ ਵਧਿਆ ਤੇ ਆਖਣ ਲੱਗਾ, ਸੁਣਾਓ ਜੀ, ਤੁਸਾਂ ਵੀ ਨਾਨਕ ਪੜ੍ਹਾਇਆ ਤੇ ਡਿੱਠਾ ਹੈ, ਮੈਂ ਵੀ ਪੜ੍ਹਾਇਆ ਹੈ, ਕਿੱਡਾ ਅਨੋਖਾ ਬੱਚਾ ਹੈ। ਇਹ ਉਮਰ, ਇਹ ਖਿਆਲ, ਇਹ ਉਡਾਰੀ, ਮੈਂ ਤਾਂ ਪਹਿਲੋਂ ਪੜ੍ਹਾਇਆ, ਪਿੱਛੋਂ ਆਪ ਸਿਰ ਝੁਕਾਇਆ। ਭਈ ਉਹ ਤੇ ਵਲੀ ਹੈ, ਵਲੀ। ਸਾਡੇ ਲਿਖਿਆ ਹੈ ਕਿ ਆਖਰੀ ਪੈਗੰਬਰ ਹੋ ਚੁੱਕਾ ਹੈ, ਨਹੀਂ ਤਾਂ ਮੈਂ ਖਬਰੇ ਇਹਨਾਂ ਨੂੰ ਪੈਗੰਬਰ ਹੀ ਕਹਿ ਦਿੰਦਾ। ਹੁਣ ਮੌਲਵੀ ਕੁਤਬਦੀਨ ਜੀ ਇਹ ਗੱਲ ਆਖ ਰਹੇ ਨੇ ਕਿ ਜੇ ਕਿਤੇ ਸਾਡੇ ਨਾਂ ਲਿਖਿਆ ਹੁੰਦਾ ਤਾਂ ਮੈਂ ਸੀਸ ਝੁਕਾ ਕੇ ਇਹਨਾਂ ਨੂੰ ਪੈਗੰਬਰ ਮੰਨ ਲੈਣਾ ਸੀ, ਕਿਉਂਕਿ ਇਸਲਾਮਿਕ ਸ਼ਰ੍ਹਾ ਦੇ ਮੁਤਾਬਕ ਆਖਰੀ ਪੈਗੰਬਰ ਜਿਹੜਾ ਵਾ ਉਹ ਹੋ ਚੁੱਕਾ ਹੈ, ਹੁਣ ਉਸ ਤੋਂ ਬਾਅਦ ਕੋਈ ਪੈਗੰਬਰ ਨਹੀਂ ਆਏਗਾ। ਹੁਣ ਇਹ ਖਿਆਲ ਕਹਿ ਕੇ ਤੇ ਆਖ ਰਹੇ ਨਹੀਂ ਤੇ ਮੈਂ ਸਿਰ ਝੁਕਾ ਦੇਣਾ ਸੀ। ਭਈ ਇਹ ਵਾਕਈ ਵਲੀ ਹੈ, ਪੈਗੰਬਰ ਹੈ, ਕੈਸੀ ਪਾਕੀਜ਼ਗੀ ਹੈ। ਮੈਂ ਜਨੇਊ ਬਾਬਤ ਉਸਦੇ ਨਵੇਂ ਗੀਤ ਨੂੰ ਸੁਣਿਆ ਹੈ, ਕਿਸ ਤਰ੍ਹਾਂ ਦਾ ਬਦੀ ਅਤੇ ਇਕਲਾਖ ਦੇ ਗਿਰਾਓ ਤੇ ਹਮਲਾ ਕੀਤਾ ਹੈ। ਅਰ ਰੂਹਾਨੀ ਜੁਨਾਰ ਕੈਸਾ ਆਪ ਬਣਾ ਕੇ ਦਿਖਾਇਆ ਹੈ। ਭਾਵ ਜੁਨਾਰ ਦਾ ਇੱਥੇ ਭਾਵ ਸ਼ਬਦ ਅਰਥ ਹੈ ਕਿ ਜਨੇਊ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਉਸ ਬਾਣੀ ਦੇ ਰਾਹੀਂ ਨਵਾਂ ਜਨੇਊ ਜਿਹੜਾ ਵਾ ਉਹਨੂੰ ਧਾਰਨ ਕਰਨ ਵਾਸਤੇ ਆਖਿਆ ਹੈ। ਅੱਗੇ ਆਖਦੇ ਨੇ, ਨਾਨਕ ਸ਼ਰ੍ਹਾ ਤੋਂ ਉੱਚਾ ਉੱਠਦਾ ਹੈ, ਮਾਰਫਤ ਤੇ ਹਕੀਕਤ ਦੀ ਗੱਲ ਕਰਦਾ ਹੈ, ਲਿਹਾਜ਼ ਕਿਸੇ ਦਾ ਨਹੀਂ ਕਰਦਾ, ਕਿਸੇ ਰਸਮ ਪ੍ਰਸਤੀ ਵਿੱਚ ਨਹੀਂ ਦਿੰਦਾ, ਟਿਕਾਣੇ ਤੇ ਨੁਕਤੇ ਦੀ ਸੱਟ ਮਾਰਦਾ ਹੈ। ਮੈਂ ਹੁਣ ਵੱਡੇ ਖੂਹ ਤੋਂ ਆਇਆ ਹਾਂ, ਉੱਥੇ ਇੱਕ ਤਸਬੀ ਮੁਸਲਮਾਨ ਨਾਲ ਬੇਹਜ਼ੂਰੀ ਦੀ ਨਿਵਾਜ਼ ਤੇ ਮਖੌਲ ਕਰ ਰਿਹਾ ਸੀ। ਨਿਰਭੈ ਬੋਲਦਾ ਹੈ, ਸ਼ਕਲ ਆਪਣੇ ਆਪ ਨੂੰ ਹਾਰਦੀ ਦਿੰਦਾ ਹੈ, ਪਰ ਉਸ ਦਿਸਦੀ ਹਾਰ ਵਿੱਚ ਸ਼ਰਮਿੰਦਾ ਅਗਲਾ ਹੋ ਜਾਂਦਾ ਹੈ। ਕਿਉਂ ਪੰਡਿਤ ਜੀ, ਤੁਸੀਂ ਮੰਨਦੇ ਹੋ ਕਿ ਕੋਈ ਵਲੀ ਹੈ? ਤੇ ਅੱਗੋਂ ਹਰਦਿਆਲ ਜੀ ਆਖਦੇ ਨੇ, ਜੀ ਹਾਂ ਜੀ, ਅਸੀਂ ਇਹੋ ਗੱਲਾਂ ਪਏ ਕਰਦੇ ਸਾਂ ਕਿ ਉਹ ਜ਼ਰੂਰ ਕੋਈ ਅਵਤਾਰੀ ਜੀਵ ਹੈ। ਇੰਨੇ ਨੂੰ ਬਣ ਵਿੱਚੋਂ, ਭਾਵ ਜੰਗਲ ਦੇ ਵਿੱਚੋਂ ਆਵਾਜ਼ ਸੁਣਦੀ ਹੈ। ਆਵਾਜ਼ ਕੀ ਹੈ? ਤੇਰਾ ਸੱਦੜਾ ਸੁਣੀਜੈ, ਤੇਰਾ ਸੱਦੜਾ ਸੁਣੀਜੈ ਪਿਆਰੇ, ਤੇਰਾ ਸੱਦੜਾ ਸੁਣੀਜੈ ਭਾਈ, ਜੇ ਕੋ ਬਹਿ ਅਲਾਏ। ਇਹ ਪਾਵਨ ਸ਼ਬਦ ਦੀ ਆਵਾਜ਼ ਆਉਂਦੀ ਹੈ ਤੇ ਫਿਰ ਹੌਲੀ ਹੌਲੀ ਇਹ ਆਵਾਜ਼ ਦੂਰ ਚਲੀ ਜਾਂਦੀ ਹੈ। ਹੌਲੀ ਹੌਲੀ ਫਿਰ ਸੱਦ ਆਉਂਦੀ ਹੈ, ਭਾਵ ਆਵਾਜ਼ ਆਉਂਦੀ ਹੈ, ਜੋ ਦਮ ਚਿਤ ਨ ਆਵੀ ਸੋ ਦਮ ਬਿਰਥਾ ਜਾਏ ਪਿਆਰੇ, ਸੋ ਦਮ ਬਿਰਥਾ ਜਾਏ, ਤੇਰਾ ਸੱਦੜਾ ਸੁਣੀਜੈ ਪਿਆਰੇ, ਤੇਰਾ ਸੱਦੜਾ ਸੁਣੀਜੈ ਭਾਈ, ਜੇ ਕੋ ਬਹਿ ਅਲਾਏ। ਇਹ ਤਨ ਵੇਚੀ ਬੈ ਕਰੀ, ਜੇ ਕੋ ਲਏ ਵਿਕਾਏ ਪਿਆਰੇ, ਜੇ ਕੋ ਲਏ ਵਿਕਾਏ, ਤੇਰਾ ਸੱਦੜਾ ਸੁਣੀਜੈ ਭਾਈ, ਪਿਆਰੇ ਤੇਰਾ ਸੱਦੜਾ ਸੁਣੀਜੈ। ਹੌਲੀ ਹੌਲੀ ਆਵਾਜ਼ ਨੇੜੇ ਆਉਂਦੀ ਹੈ, ਇੰਨੀ ਨੇੜੇ ਆ ਗਈ ਕਿ
दैवी बालका इन्हां चौहां दे विचकाए आ खड़ो गया। हुण गुरु नानक पातशाह जी ये चारे ने, ध्यान नाल सुनना। पुरोहित हरदयाल जी, पंडित बृजनाथ जी, पांधा गोपाल जी ते मौलवी कुतुबुद्दीन जी, ਇਹ ਚਾਰੇ ਆਪਸ ਵਿੱਚ ਵਿਚਾਰਾਂ ਕਰ ਰਹੇ ਸਨ। ਹੌਲੀ ਹੌਲੀ ਆਵਾਜ਼ ਕੰਨਾਂ ਵਿੱਚ ਪਈ। ਹੌਲੀ ਹੌਲੀ ਨੇੜੇ ਆਉਂਦੀ ਆਉਂਦੀ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਇਹਨਾਂ ਚੌਹਾਂ ਦੇ ਵਿੱਚ ਆ ਕੇ ਬਿਰਾਜ ਗਏ। ਫਿਰ ਸਾਰਿਆਂ ਵੱਲ ਬੜਾ ਅਦਬ ਨਾਲ ਤੱਕਿਆ, ਬੜੇ ਧਿਆਨ ਦੇ ਨਾਲ ਤੱਕ ਕੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਤੇ ਫਿਰ ਇਹ ਚਾੜੇ ਖਲੋ ਗਏ। ਚਾਰੇ ਜਾਣੇ ਖੜੇ ਹੋ ਗਏ ਤੇ ਅੱਗੋਂ ਮੌਲਾਨਾ ਜੀ, ਮੁੱਲਾ ਜੀ ਬੋਲੇ, ਨਾਨਕ ਤੈਨੂੰ ਅਸਾਂ ਪੜ੍ਹਾਇਆ ਇਲਮ ਗੈਰ ਖਾਲਸ, ਪਰ ਤੇਰੀ ਰੂਹ ਨੇ ਉਸ ਦੇ ਬਦਲੇ ਸਾਨੂੰ ਸੁਣਾਇਆ ਇਲਮ ਖਾਲਸ। ਧਿਆਨ ਨਾਲ ਸੁਣਨਾ। ਭਾਵ ਜੋ ਅਸੀਂ ਤੈਨੂੰ ਪੜ੍ਹਾਇਆ ਉਹ ਸ਼ੁੱਧ ਨਹੀਂ ਸੀ। ਖਾਲਸ ਤੋਂ ਭਾਵ ਸ਼ੁੱਧ ਪਵਿੱਤਰ ਨਹੀਂ ਸੀ, ਨਿਰਮਲ ਨਹੀਂ ਸੀ। ਪਰ ਜੇ ਅਸੀਂ ਤੈਨੂੰ ਨਿਰਮਲ ਨਹੀਂ ਪੜ੍ਹਾਇਆ, ਸ਼ੁੱਧ ਨਹੀਂ ਪੜ੍ਹਾਇਆ, ਤੇ ਤੂੰ ਉਹਦੇ ਬਦਲੇ ਸਾਨੂੰ ਜਿਹੜਾ ਵਾ ਇਲਮ ਸ਼ੁੱਧ ਦਿੱਤਾ, ਖਾਲਸ ਬਿਲਕੁਲ ਐਨ ਵਧੀਆ ਇਲਮ ਦਿੱਤਾ, ਜਿਹਨੂੰ ਨਾਦ ਇਲਾਹੀ ਆਖਿਆ ਜਾਂਦਾ ਹੈ। ਤੂੰ ਧਨ ਹੈ ਨਾਨਕ, ਇਹ ਬਾਲਕ ਤੂੰ ਧਨ ਹੈ। ਹੁਣ ਅੱਗੇ ਜਿਹੜੇ ਸਾਹਮਣੇ ਬੈਠੇ ਸਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਜਿਨ੍ਹਾਂ ਨੂੰ ਦੈਵੀ ਨੌਜਵਾਨ ਦੇ ਇਸ਼ਾਰੇ ਨਾਲ ਭਾਈ ਸਾਹਿਬ ਨੇ ਲਿਖਿਆ ਹੈ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਭਰ ਆਇਆ। ਫਿਰ ਅਰਸ਼ਾਂ ਵੱਲ ਉੱਠੇ, ਚਾਰ ਚੁਫੇਰੇ ਫਿਰੇ, ਫਿਰ ਮੁੰਦ ਗਏ, ਭਾਵ ਐਨ ਬੈਠ ਕੇ ਚੁੱਪ ਕਰਕੇ, ਤੇ ਇਹ ਪਿਆਰੀ ਧੁਨ ਉੱਠੀ, ਤੇਰਾ ਸੱਦੜਾ ਸੁਣੀਜੇ ਜੇਗੋ ਵਹਿ ਅਲਾਏ। ਇਹ ਗਾਉਂਦੇ ਇੱਥੇ ਗਾਉਣ ਦੀ ਧੁਨ ਨੂੰ ਲਿਪਟੇ ਬੰਦ ਅੱਖੀਂ ਤੁਰ ਪਏ। ਟੁਰੀ ਗਏ ਇਹਨਾਂ ਕੇ ਅੱਖੋਂ ਓਲੇ ਹੋ ਗਏ। ਚਾਰੇ ਵੱਡੇ ਪੁਰਖ ਇੱਕ ਅਸਚਰਜ ਸਵਾਦ ਵਿੱਚ ਪ੍ਰਤੀਤ ਕਰ ਉੱਠੇ ਕਿ ਮਾਨੋ ਕਿਸੇ ਪਵਿੱਤਰਤਾ ਦੇ ਸਰੋਵਰ ਵਿੱਚੋਂ ਡੋਬਾ ਲੈ ਕੇ ਨਿਕਲੇ ਹਨ। ਇਸ ਤਰੀਕੇ ਦੇ ਨਾਲ ਇਹ ਖੂਹ ਦੇ ਉੱਤੇ ਬੈਠੇ ਹੋਏ ਚਾਰੇ ਭਾਵ ਪੁਰੋਹਿਤ ਹਰਦਿਆਲ ਜੀ, ਪੰਡਿਤ ਬ੍ਰਿਜਨਾਥ ਜੀ, ਪਾਂਧਾ ਗੋਪਾਲ ਜੀ ਤੇ ਮੌਲਵੀ ਕੁਤੁਬੁੱਦੀਨ ਜੀ, ਇਹ ਚਾਰੇ ਬੈਠੇ ਜੋ ਗੁਰੂ ਨਾਨਕ ਸਾਹਿਬ ਜੀ ਦੀਆਂ ਬਾਤਾਂ ਕਰ ਰਹੇ ਸਨ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਉੱਥੇ ਆਣ ਕੇ ਉਹਨਾਂ ਨੂੰ ਦਰਸ਼ਨ ਦੇ ਕੇ ਤੇ ਉਹਨਾਂ ਨੂੰ ਇਹ ਪਾਵਨ ਸ਼ਬਦ ਦੀ ਗੂੰਜ ਉਹਨਾਂ ਦੇ ਕੰਨਾਂ ਵਿੱਚ ਪਾ ਕੇ ਫਿਰ ਅੱਗੇ ਤੁਰਦੇ ਹਨ। ਧਿਆਨ ਦੇਣਾ, ਇਹ ਸਾਖੀ ਇੱਥੇ ਸਮਾਪਤ ਹੈ। ਅਗਲੀ ਸਾਖੀ ਦੂਜੀ ਚੱਲਣੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੜੀ ਰਹਿਮਤ ਕੀਤੀ ਉਹਨਾਂ ਨੇ, ਬਹੁਤ ਰਹਿਮਤ। ਹੁਣ ਇੱਥੇ ਕੇਵਲ ਸਾਖੀ ਦਾ ਭਾਵ ਨਹੀਂ ਕਿ ਇਹਨਾਂ ਤਿੰਨਾਂ ਨੂੰ ਜਿਹੜਾ ਉਪਦੇਸ਼, ਚੌਹਾਂ ਨੂੰ ਉਪਦੇਸ਼ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਤੁਰ ਪਏ, ਇਹ ਨਿਹਾਲ ਹੋ ਗਏ। ਇਹਦਾ ਭਾਵ ਅਰਥ ਇਹ ਹੈ ਕਿ ਜੋ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਕਰਦਾ ਹੈ, ਜੋ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਨੂੰ ਪੜ੍ਹਦਾ ਹੈ, ਭਾਵ ਗੁਰਬਾਣੀ ਨੂੰ ਪੜ੍ਹਦਾ ਹੈ, ਗੁਰੂ ਸਾਹਿਬਾਨਾਂ ਦੇ ਜੀਵਨ ਨੂੰ, ਗੁਰੂ ਸਾਹਿਬਾਨਾਂ ਦੇ ਬਾਬਤ ਗੱਲ ਕਰਦਾ ਹੈ, ਤੇ ਗੁਰੂ ਆਪ ਉਹਨਾਂ ਦੇ ਕੋਲ ਆਣ ਕੇ ਬੈਠਦਾ ਹੈ। ਭਾਵ ਇਹ ਨਾ ਮਤ ਸੋਚਿਆ ਕਰੀਏ ਕਿ ਅਸੀਂ ਵਿਚਾਰ ਕਰ ਰਹੇ ਹਾਂ ਕਿ ਸ਼ਾਇਦ ਗੁਰੂ ਸਾਡੇ ਤੋਂ ਦੂਰ ਹੈ। ਜਦੋਂ ਸਾਡੀ ਜ਼ੁਬਾਨ ਉੱਤੇ ਉਸ ਪਰਵਤਗਾਰ ਦੀ ਗੱਲ ਆਉਂਦੀ ਹੈ, ਜਦੋਂ ਅਸੀਂ ਪਰਮਾਤਮਾ ਨੂੰ, ਗੁਰੂ ਨੂੰ ਸਿਮਰਦੇ ਹਾਂ, ਤੇ ਗੁਰੂ ਸਾਡੇ ਕੋਲ ਆਣ ਕੇ ਬੈਠ ਜਾਂਦਾ ਹੈ। ਕਿਉਂਕਿ ਜਿਸ ਤਰ੍ਹਾਂ ਇੱਕ ਪੁੱਤਰ ਆਪਣੀ ਮਾਂ ਨੂੰ ਆਵਾਜ਼ ਮਾਰਦਾ ਹੈ ਤੇ ਮਾਂ ਝਟਪਟ ਆਣ ਕੇ ਉਸ ਆਪਣੀ ਔਲਾਦ ਦੇ ਕੋਲ, ਆਪਣੇ ਪੁੱਤਰ ਧੀ ਦੇ ਕੋਲ ਆਣ ਕੇ ਬੈਠ ਜਾਂਦੀ ਹੈ। ਚਾਹੇ ਇਸ ਤਰ੍ਹਾਂ ਸਮਝ ਲਈਏ, ਬਾਲਕ ਖੇਡ ਰਿਹਾ ਹੈ, ਕਦੀ ਉਹ ਰਿੜ ਕੇ ਸੱਜੇ ਬੰਨੇ, ਕਦੀ ਖੱਬੇ ਬੰਨੇ ਜਾਂਦਾ, ਪਰ ਬਾਲਕ ਇਹ ਨਾ ਸਮਝੇ ਕਿ ਮੇਰੇ ਵੱਲ ਮੇਰੀ ਮਾਂ, ਮੇਰਾ ਪਿਓ ਦੇਖ ਨਹੀਂ ਰਿਹਾ। ਮਾਂ ਦਾ, ਖਾਸ ਕਰਕੇ ਮਾਂ ਦਾ ਜਿਹੜਾ ਧਿਆਨ ਹੈ ਉਹ ਆਪਣੇ ਬਾਲਕ ਉੱਤੇ ਕੇਂਦਰਿਤ ਹੁੰਦਾ ਹੈ ਕਿ ਕਿਤੇ ਇਹ ਗਿਰ ਨਾ ਜਾਵੇ, ਕਿਤੇ ਇਹ ਸੱਟ ਨਾ ਲਵਾਵੇ, ਡਿੱਗ ਨਾ ਪਵੇ। ਬੜੇ ਧਿਆਨ ਦੇ ਨਾਲ ਜਿਹੜਾ ਵਾ ਮਾਂ, ਭਾਵੇਂ ਉਹਦਾ ਹੱਥ ਕੰਮਾਂ ਕਾਜਾਂ ਵਾਲੇ, ਪਰ ਉਹਦਾ ਚਿੱਤ ਜਿਹੜਾ ਹੈ ਉਹ ਆਪਣੇ ਉਸ ਬਾਲਕ ਵੱਲ ਹੈ।
ਇਸੇ ਤਰ੍ਹਾਂ ਉਹ ਪ੍ਰਮਾਤਮਾ ਸਤਿਗੁਰੂ ਸ੍ਰਿਸ਼ਟੀ ਦਾ ਰਚਨਹਾਰ ਜਦੋਂ ਵੀ ਅਸੀਂ ਤੱਕਦੇ ਹਾਂ ਤੇ ਉਹ ਪ੍ਰਮਾਤਮਾ ਜਿਹੜਾ ਵਾ ਸਾਡੇ ਮਨ ਵਿੱਚ ਦੂਰ ਹੈ ਕਿ ਉਹ ਦੂਰ ਬੈਠਾ ਹੈ। ਅਸੀਂ ਉਹਨੂੰ ਆਵਾਜ਼ ਮਾਰ ਰਹੇ ਹਾਂ, ਭਲਿਆ ਉਹ ਸਾਡੇ ਕੋਲ ਹੈ, ਅਸੀਂ ਕੇਵਲ ਉਹਦਾ ਸਿਮਰਨ ਕਰ ਸਕਦੇ ਹਾਂ। ਜੇ ਅਸੀਂ ਸਿਮਰਨ ਕਰਾਂਗੇ ਤੇ ਜਿਸ ਤਰ੍ਹਾਂ ਇਹਨਾਂ ਚੌਂ ਦੇ ਕੋਲ ਆਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਬਿਰਾਜੇ ਔਰ ਫਿਰ ਉਹਨਾਂ ਨੂੰ ਇੱਕ ਪਾਵਨ ਸ਼ਬਦ ਉਹਨਾਂ ਦੇ ਕੰਨਾਂ ਵਿੱਚ ਪਾਇਆ ਕਿ ਭਾਈ ਉਹਦਾ ਬੁਲਾਵਾ ਹੈ, ਉਹਦੀ ਰਹਿਮਤ ਹੈ, ਉਹਦੀ ਬੰਦਗੀ ਕਰੋ, ਅੱਲਾ ਅੱਲਾ ਕਰੋ, ਰਾਮ ਰਾਮ ਕਰੋ, ਰਹੀਮ ਰਹੀਮ ਕਰੋ, ਉਹਦੇ ਨਾਮ ਨੂੰ ਸੱਚੇ ਮਨ ਦੇ ਨਾਲ ਅਰਾਧੋ, ਉਹ ਪ੍ਰਮਾਤਮਾ ਸਦਾ ਤੁਹਾਡੇ ਕੋਲ ਹੈ। ਜਿਸ ਤਰ੍ਹਾਂ ਅੱਜ ਨਾਨਕ ਬਾਲਕ ਰੂਪ ਵਿੱਚ ਅੱਜ ਜਿਹੜਾ ਸੀ ਇਹਨਾਂ ਦੇ ਕੋਲ ਬੈਠਾ, ਇਸੇ ਤਰ੍ਹਾਂ ਸਾਡੇ ਕੋਲ ਵੀ ਹੈ। ਸੋ ਇਹ ਸਾਖੀ ਖਤਮ ਹੈ, ਕਿਉਂਕਿ ਅਗਲੀ ਸਾਖੀ ਸ਼ੁਰੂ ਕੀਤੀ ਫਿਰ ਉਹ ਅੱਧੀ ਰਹਿ ਜਾਵੇਗੀ। ਇਸ ਕਰਕੇ ਇੱਕ ਇੱਕ ਸਾਖੀ ਜਿਹੜੀ ਅਸੀਂ ਰੋਜ਼ਾਨਾ ਸਰਵਣ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਨੂੰ ਚੌਂ ਜਾਣਿਆਂ ਨੂੰ ਉਪਦੇਸ਼ ਦਿੱਤਾ ਹੈ। ਸੋ ਅਸੀਂ ਵੀ ਗੁਰੂ ਨਾਨਕ ਦੇ ਘਰ ਦੇ ਸਿੱਖ ਬਣ ਕੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਪ੍ਰਾਪਤ ਕਰਿਆ ਕਰੀਏ, ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਹੁਕਮ ਹੈ, ਜੋ ਉਹਨਾਂ ਨੇ 4 ਉਦਾਸੀਆਂ ਦੇ ਰਾਹੀਂ ਥਾਂ ਥਾਂ ਤੇ ਫਿਰ ਕੇ ਮਨੁੱਖਤਾ ਨੂੰ ਉਪਦੇਸ਼ ਦਿੱਤਾ, ਉਹ ਸਾਡੇ ਮਨ ਵਿੱਚ ਵੀ ਵਸ ਜਾਵੇ। ਇਹ ਪਾਵਨ ਕਲਾਸ ਦਾ ਜੋ ਚੱਲ ਰਹੀ ਹੈ, ਇਹਦੇ ਵਿੱਚ ਪਾਵਨ ਇਤਿਹਾਸ ਜੋ ਅਸੀਂ ਸਰਵਣ ਕਰ ਰਹੇ ਹਾਂ, ਇਹਦਾ ਪਰਪਜ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਸਿੱਖਿਆ ਹਾਸਲ ਕਰ ਸਕੀਏ ਔਰ ਸਮਝੀਏ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸੰਗਤਾਂ ਨੂੰ ਉਤਾਰਿਆ ਹੈ, ਅਸੀਂ ਵੀ ਉਹਨਾਂ ਦੇ ਇਸ ਜੀਵਨ ਦੇ ਵਿੱਚੋਂ ਧਿਆਨ ਦੇ ਨਾਲ ਜਦੋਂ ਤੁਸੀਂ ਸੁਣੋਗੇ ਨਾ ਸਾਖੀਆਂ, ਐਵੇਂ ਲੱਗਦਾ ਜਿਸ ਤਰ੍ਹਾਂ ਅਸੀਂ ਆਪ ਖੁਦ ਉਸ ਜਗ੍ਹਾ ਤੇ, ਹੁਣ ਜਿਸ ਤਰ੍ਹਾਂ ਤਿੰਨੇ ਰੋਹਿਤ ਹਰਦਿਆਲ ਜੀ, ਪੰਡਿਤ ਜੀ ਤੇ ਪਾਂਧਾ ਜੀ ਬੈਠੇ ਨੇ, ਉਸ ਤੋਂ ਬਾਅਦ ਮੌਲਵੀ ਜੀ ਆਉਂਦੇ ਨੇ, ਤੇ ਜਦੋਂ ਮੈਂ ਸੁਣਾ ਰਿਹਾ ਸੀ ਐਵੇਂ ਲੱਗ ਰਿਹਾ ਸੀ ਜਿਸ ਤਰ੍ਹਾਂ ਉਸ ਖੂਹ ਦੇ ਵਿੱਚ ਮੈਂ ਵੀ ਸ਼ਾਮਲ ਹਾਂ, ਤੇ ਜਿਸ ਤਰ੍ਹਾਂ ਉਹ ਗੱਲਬਾਤ ਕਰ ਰਹੇ ਨੇ ਉਹਨਾਂ ਦਾ ਹਿੱਸਾ ਮੈਂ ਵੀ ਹਾਂ। ਪਰ ਇਹ ਹਿੱਸਾ ਤਾਂ ਬਣਾਂਗੇ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਇਹ ਧਾਰਨ ਕਰ ਲਿਆ ਕਿ ਵਾਕਈ ਅਸੀਂ ਇਸ ਜੋ ਅਸੀਂ ਪੜ੍ਹ ਰਹੇ ਹਾਂ ਇਹ ਇਤਿਹਾਸ, ਤੇ ਇਸ ਇਤਿਹਾਸ ਨੂੰ ਜਦੋਂ ਅਸੀਂ ਧਿਆਨ ਦੇ ਨਾਲ ਸੁਣਾਂਗੇ ਤੇ ਇਉਂ ਮਹਿਸੂਸ ਕਰਾਂਗੇ ਵਾਕਈ ਅਸੀਂ ਉਸ ਜਗ੍ਹਾ ਤੇ ਬੈਠੇ ਹਾਂ ਜਿੱਥੋਂ ਇਹ ਇਤਿਹਾਸ ਚੱਲ ਰਿਹਾ ਹੈ। ਹੁਣ ਕੱਲ੍ਹ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਰ ਉੱਤੇ ਜੋ ਸਰਪ ਛਾਇਆ ਕਰਦਾ ਹੈ, ਉਹਦੀ ਸਾਖੀ ਚੱਲੇਗੀ। ਇਸੇ ਤਰ੍ਹਾਂ ਅਸੀਂ ਕੱਲ੍ਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਕੌਤਕ ਵੇਖਾਂਗੇ, ਕਿਸ ਤਰ੍ਹਾਂ ਸਰਪ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੀਸ ਉੱਤੇ ਛਾਇਆ ਕਰਦਾ ਹੈ। ਵੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ, ਤੇ ਜਿਨ੍ਹਾਂ ਦੇ ਮਨ ਅੰਦਰ ਸ਼ਰਧਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਟਹਿ ਪੈਂਦੇ ਹਨ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਆਓ ਅੰਤ ਗੁਰ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।